ਸਵਾਗਤ ਹੈ ਤੁਹਾਡਾ ਸਾਰੇ ਸੱਜਣਾਂ ਦਾ ਸਾਡੇ ਚੈਨਲ ਪੀਰੀ ਫਕੀਰੀ ਨੂਰ ਵਿੱਚ, ਜਿਸ ਵਿੱਚ ਅਸੀਂ ਤੁਹਾਨੂੰ ਪੀਰਾਂ ਦੇ ਕਲਮੇ, ਪੀਰਾਂ ਦੇ ਪਾਠ, ਪੀਰਾਂ ਦੇ ਸ਼ਬਦ, ਪੀਰਾਂ ਦੀ ਸਾਧਨਾ ਬਾਰੇ ਦੱਸਾਂਗੇ। ਸਾਡੇ ਵੱਲੋਂ ਦੱਸੇ ਜਾਣ ਵਾਲੇ ਪੀਰਾਂ ਦੇ ਸਾਰੇ ਕਲਮੇ, ਸ਼ਬਦ, ਪਾਠ ਨੂਰੀ ਹੋਣਗੇ। ਨੂਰੀ ਦਾ ਮਤਲਬ ਹੈ ਦੋਸਤੋ ਨੂਰ ਬਰਸਾਉਣ ਵਾਲੇ, ਜਿਸ ਵਿੱਚ ਆਪਣਾ ਅਤੇ ਦੂਸਰਿਆਂ ਦਾ ਭਲਾ ਕੀਤਾ ਜਾ ਸਕਦਾ ਹੈ। ਇਸ ਵਿੱਚ ਨਾ ਤਾਂ ਕੋਈ ਕਿਸੇ ਦਾ ਬੁਰਾ ਕਰ ਸਕਦਾ ਹੈ ਅਤੇ ਨਾ ਹੀ ਪੀਰ, ਫਕੀਰ, ਗੁਰੂ, ਦੇਵੀ ਦੇਵਤੇ ਕਿਸੇ ਦਾ ਬੁਰਾ ਕਰਨ ਦਿੰਦੇ ਹਨ, ਕਿਉਂਕਿ ਜੋ ਨੂਰੀ ਚੀਜ਼ਾਂ ਹੁੰਦੀਆਂ ਹਨ ਉਹ ਭਲਾ ਕਰਨ ਵਾਸਤੇ ਹੁੰਦੀਆਂ ਹਨ, ਅਤੇ ਜੋ ਕਾਲੇ ਵਿੱਚ ਆ ਜਾਂਦੀਆਂ ਹਨ ਉਸ ਵਿੱਚ ਸਿਰਫ ਬੁਰਾ ਹੀ ਕੀਤਾ ਜਾ ਸਕਦਾ ਹੈ। ਜੋ ਜਿੰਨੇ ਵੀ ਦੇਵੀ ਦੇਵਤੇ, ਗੁਰੂ, ਪੀਰ, ਫਕੀਰ ਹੋਏ ਹਨ ਉਹ ਸਭ ਨੂਰੀ ਹਨ। ਨੂਰੀ ਦਾ ਮਤਲਬ ਨੂਰ ਬਰਸਾਉਣ ਵਾਲਾ, ਲੋਕਾਂ ਦਾ ਭਲਾ ਕਰਨ ਵਾਲਾ। ਉਹ ਨੂਰੀ ਵਾਲੇ ਸਿਰਫ ਭਲਾ ਹੀ ਕਰਦੇ ਹਨ। ਸਾਡੇ ਵੱਲੋਂ ਦੱਸੇ ਜਾਣ ਵਾਲੇ ਪੀਰਾਂ, ਫਕੀਰਾਂ, ਗੁਰੂਆਂ, ਦੇਵੀ ਦੇਵਤਿਆਂ ਦੇ ਪਾਠ ਤੁਸੀਂ ਨਾ ਤਾਂ ਕਦੇ ਪਹਿਲਾਂ ਸੁਣੇ ਹੋਣਗੇ ਅਤੇ ਨਾ ਹੀ ਕਿਸੇ ਨੇ ਦਿੱਤੇ ਹੋਣਗੇ। ਇਹ ਕਲਮ ਪੀਰਾਂ ਦੇ ਸਾਡੇ ਸੀਨੇ ਦੇ ਰਾਜ ਹਨ। ਇਹ ਜੋ ਅਸੀਂ ਇਸ ਚੈਨਲ ਰਾਹੀਂ ਜਿੰਨੇ ਵੀ ਕਲਮੇ, ਪੀਰਾਂ ਦੇ ਕਲਮੇ ਤੁਹਾਨੂੰ ਦੱਸਾਂਗੇ, ਇਹ ਸਾਡੇ ਸੀਨੇ ਦੇ ਰਾਜ ਹਨ, ਕਿਉਂਕਿ ਇਹ ਬਾਹਰੋਂ ਤੁਹਾਨੂੰ ਕਿਸੇ ਕੋਲੋਂ ਨਹੀਂ ਮਿਲਣਗੇ ਅਤੇ ਨਾ ਹੀ ਤੁਸੀਂ ਸੁਣੇ ਹੋਣਗੇ। ਨਾ ਤਾਂ ਅੱਜ ਕੱਲ੍ਹ ਕੋਈ ਇਹ ਪੀਰਾਂ ਦੇ ਕਲਮੇ ਦਿੰਦਾ ਹੈ ਅਤੇ ਨਾ ਹੀ ਦੱਸਦਾ ਹੈ। ਜੇ ਕੋਈ ਗੁਰੂ ਹੈ ਉਹ ਵੀ ਜਲਦੀ ਨਹੀਂ ਦਿੰਦਾ। ਅੱਜ ਕੱਲ੍ਹ ਸਾਰੇ ਇਹੀ ਚਾਹੁੰਦੇ ਹਨ ਕਿ ਸਾਡੇ ਵਰਗਾ ਨਾ ਕੋਈ ਬਣ ਜਾਵੇ। ਸਾਡੇ ਵੱਲੋਂ ਦੱਸੇ ਜਾਣ ਵਾਲੇ ਪੀਰਾਂ ਦੇ ਕਲਮੇ, ਸ਼ਬਦ ਬਹੁਤ ਹੀ ਸ਼ਕਤੀਸ਼ਾਲੀ ਹਨ, ਜਿਨ੍ਹਾਂ ਨੂੰ ਤੁਸੀਂ ਪੜ੍ਹ ਕੇ ਆਪਣੀ ਮਿਹਨਤ ਸਦਕਾ ਪੀਰਾਂ, ਫਕੀਰਾਂ, ਦੇਵੀ ਦੇਵਤਿਆਂ ਦੀ ਰਹਿਮਤ ਪ੍ਰਾਪਤ ਕਰ ਸਕਦੇ ਹੋ। ਸਾਡੇ ਵੱਲੋਂ ਦੱਸੇ ਗਏ ਪੀਰਾਂ ਦੇ ਸ਼ਬਦ, ਕਲਮੇ ਨੂੰ ਦਿਲੋਂ ਸੱਚੇ ਮਨ ਨਾਲ ਪੜ੍ਹੋ। ਤੁਹਾਨੂੰ ਥੋੜ੍ਹੇ ਹੀ ਦਿਨਾਂ ਵਿੱਚ ਮਹਿਸੂਸ ਹੋਣ ਲੱਗ ਜਾਵੇਗਾ ਕਿ ਕੋਈ ਸ਼ਕਤੀ ਤੁਹਾਡੇ ਨਾਲ ਹੈ। ਕੁਝ ਦਿਨਾਂ ਬਾਅਦ ਹੀ ਤੁਹਾਡੇ ਅੰਦਰ ਰੂਹਾਨੀ ਕੁਵਤ ਇੱਕ ਪਾਵਰ ਬਣਨੀ ਸ਼ੁਰੂ ਹੋ ਜਾਵੇਗੀ। ਹੌਲੀ ਹੌਲੀ ਜਿਸ ਤਰ੍ਹਾਂ ਪੜ੍ਹਦੇ ਜਾਵੋਗੇ, 1.25 ਮਹੀਨਾ, 41 ਦਿਨਾਂ ਬਾਅਦ ਤੁਹਾਨੂੰ ਅਹਿਸਾਸ ਹੋਣਗੇ ਕੋਈ ਸ਼ਕਤੀ ਤੁਹਾਡਾ ਸਾਥ ਦੇ ਰਹੀ ਹੈ, ਤੁਹਾਨੂੰ ਕਸ਼ਟਾਂ ਤੋਂ, ਬੁਰੀਆਂ ਬਲਾਵਾਂ ਤੋਂ ਬਚਾ ਰਹੀ ਆ। ਤੁਹਾਨੂੰ ਆਪਣੇ ਆਪ ਇੱਕ ਆਤਮ ਵਿਸ਼ਵਾਸ ਹੋਵੇਗਾ ਆਪਣੇ ਅੰਦਰੋਂ ਕਿ ਕੋਈ ਪਾਵਰ ਤੁਹਾਡੇ ਨਾਲ ਹੈ। ਅੱਜ ਜੋ ਅਸੀਂ ਤੁਹਾਨੂੰ ਕਲਮਾ ਦੱਸਣ ਜਾ ਰਹੇ ਹਾਂ ਉਸ ਵਿੱਚ 4 ਸ਼ਕਤੀਆਂ ਤੁਹਾਡਾ ਸਾਥ ਦੇਣਗੀਆਂ, ਤੁਹਾਨੂੰ ਨੂਰੋ ਨੂਰ ਕਰ ਦੇਣਗੀਆਂ, ਤੁਹਾਡਾ ਹਰ ਕੰਮ ਵਿੱਚ ਸਾਥ ਦੇਣਗੀਆਂ। ਇਹ ਸ਼ਕਤੀਆਂ 4 ਧਰਮਾਂ ਵਿੱਚੋਂ ਹਨ। ਇਸ ਕਲਮੇ ਵਿੱਚ ਪੀਰ, ਨਾਥ, ਗੁਰੂ ਅਤੇ ਖਵਾਜਾ ਸਾਹਿਬ ਤੁਹਾਡੇ ਨਾਲ ਇਕੱਠੇ ਚੱਲਣਗੇ। ਇਸ ਕਲਮੇ ਵਿੱਚ ਜੋ ਪਾਵਰਾਂ ਹਨ, ਪੀਰ ਹਨ, ਨਾਥ ਹਨ, ਗੁਰੂ ਅਤੇ ਖਵਾਜਾ ਸਾਹਿਬ ਆਪ ਹਨ, ਅਤੇ ਇਹ ਕਲਮਾ ਇਹਨਾਂ 4 ਦਾ ਹੈ ਅਤੇ ਇਹ ਚਾਰੇ ਨਾਲ ਤੁਹਾਡੇ ਚੱਲਣਗੇ। ਅਤੇ ਸਾਧਨਾ ਵਿੱਚ ਜਦੋਂ ਤੁਸੀਂ ਸਾਧਨਾ ਸ਼ੁਰੂ ਕਰੋਗੇ, ਇਹ ਪਾਠ ਸ਼ੁਰੂ ਕਰੋਗੇ, ਇਸ ਕਲਮੇ ਨੂੰ ਸ਼ੁਰੂ ਕਰੋਗੇ ਅਤੇ ਸੁਪਨੇ ਵਿੱਚ ਦਰਸ਼ਨ ਤੁਹਾਨੂੰ ਹੋਣਗੇ ਇਹਨਾਂ ਦੇ। ਅਤੇ ਜਿਸ ਤਰ੍ਹਾਂ ਤੁਸੀਂ ਜਦੋਂ ਤੋਂ ਇਹ ਕਲਮਾ ਪੜ੍ਹਨਾ ਸ਼ੁਰੂ ਕਰ ਦੋਗੇ, ਤੁਹਾਨੂੰ ਸੁਪਨਿਆਂ ਦੇ ਵਿੱਚ ਹੀ ਦਰਸ਼ਨ ਹੋਣੇ ਸ਼ੁਰੂ ਹੋ ਜਾਣਗੇ, ਜੋ ਕਿ ਕਈ ਤਰ੍ਹਾਂ ਦੇ ਤੁਹਾਡੇ ਨਾਲ ਐਕਸਪੀਰੀਅੰਸ ਹੋਣਗੇ। ਤੁਹਾਨੂੰ ਸੁਪਨਿਆਂ ਦੇ ਵਿੱਚ ਕਈਆਂ ਪੀਰਾਂ ਫਕੀਰਾਂ ਦੇ ਦਰਸ਼ਨ ਹੋਣਗੇ। ਇਸ ਕਲਮੇ ਨੂੰ ਖਵਾਜਾ ਸਾਹਿਬ ਦੀ ਰੱਖ ਕਹਿੰਦੇ ਹਨ। ਇਹ ਕਲਮਾ ਦੋਸਤੋ ਬਹੁਤ ਹੀ ਵਧੀਆ ਹੈ। ਇਸ ਕਲਮੇ ਵਿੱਚ
ਖਵਾਜਾ ਸਾਹਿਬ ਮੇਨ ਹਨ ਅਤੇ ਖਵਾਜਾ ਸਾਹਿਬ ਬਹੁਤ ਬੜੇ ਪੀਰ ਹਨ, ਜਿਨ੍ਹਾਂ ਨੇ ਸਾਰਾ ਸਮੁੰਦਰ ਇੱਕ ਛੋਟੇ ਜਿਹੇ ਕਾਂਸੇ ਵਿੱਚ ਬੰਦ ਕਰ ਲਿਆ ਸੀ। ਖਵਾਜਾ ਸਾਹਿਬ ਐਸੀ ਤਾਕਤ ਹਨ ਕਿ ਜਨਮ ਤੋਂ ਲੈ ਕੇ ਮਰਨ ਤੱਕ ਖਵਾਜਾ ਦੀ ਲੋੜ ਪੈਂਦੀ ਹੈ। ਜਨਮ ਵੇਲੇ ਵੀ ਅਤੇ ਮਰਨ ਵੇਲੇ ਵੀ ਖਵਾਜੇ ਤੋਂ ਬਿਨਾਂ ਕੋਈ ਕਿਰਿਆ ਨਾ ਖਤਮ ਹੁੰਦੀ ਹੈ ਨਾ ਸ਼ੁਰੂ ਹੁੰਦੀ ਹੈ। ਖਵਾਜੇ ਤੋਂ ਬਿਨਾਂ ਕਿਸੇ ਵੀ ਇਨਸਾਨ ਦੀ ਮੁਕਤੀ ਨਹੀਂ ਹੁੰਦੀ। ਦੋਸਤੋ, ਗੱਲਾਂ ਤਾਂ ਹੋਰ ਵੀ ਬਹੁਤ ਨੇ ਕਰਨ ਵਾਲੀਆਂ, ਪਰ ਵੀਡੀਓ ਹੋਰ ਲੰਬੀ ਹੋ ਜਾਵੇਗੀ। ਆਓ ਪਹਿਲਾਂ ਤੁਹਾਨੂੰ ਦੱਸਦੇ ਹਾਂ ਖਵਾਜਾ ਸਾਹਿਬ ਦਾ ਕਲਮਾ। ਪੀਰ ਮੁਰਸ਼ਿਦ ਸੇਵੀਏ, ਕਾਰਜ ਸਭ ਦੇ ਰਾਸ, ਝੁੰਡ ਜੇ ਆਵੇ ਯੋਗੀਆ, ਰੋਕੇ ਮੁਸ਼ੰਦਰ ਨਾਥ, ਜਤੀ ਸਤੀ ਸੰਤੋਖੀਏ, ਥੰਮੇ ਬਾਬਾ ਨਾਨਕ ਆਪ, ਰੱਖ ਖਵਾਇਆ ਖੀਰ ਦੀ, ਚੱਲੇ ਮੇਰੇ ਨਾਲ। ਦੋਸਤੋ, ਇਹ ਕਲਮਾ ਹੈ। ਕਲਮਾ ਇੱਕ ਵਾਰੀ ਫਿਰ ਸੁਣ ਲਓ। ਪੀਰ ਮੁਰਸ਼ਿਦ ਸੇਵੀਏ, ਕਾਰਜ ਸਭ ਦੇ ਰਾਸ, ਝੁੰਡ ਜੇ ਆਵੇ ਜੋਗੀਆ, ਰੋਕੇ ਮੁਸ਼ੰਦਰ ਨਾਥ, ਜਤੀ ਸਤੀ ਸੰਤੋਖੀਏ, ਥੰਮੇ ਬਾਬਾ ਨਾਨਕ ਆਪ, ਰੱਖ ਖਵਾਇਆ ਖੀਰ ਦੀ, ਚੱਲੇ ਮੇਰੇ ਨਾਲ। ਇਸ ਦਾ ਮਤਲਬ ਹੈ ਦੋਸਤੋ, ਜੋ ਪਹਿਲੀ ਲਾਈਨ ਹੈ, ਪੀਰ ਮੁਰਸ਼ਿਦ ਸੇਵੀਏ, ਕਾਰਜ ਸਭ ਦੇ ਰਾਸ, ਕਿ ਪੀਰ ਮੁਰਸ਼ਿਦ ਇਹਨਾਂ ਦੀ ਸੇਵਾ ਕਰਨ ਨਾਲ, ਇਹਨਾਂ ਦੀ ਬੰਦਗੀ ਕਰਨ ਨਾਲ ਸਭ ਦੇ ਜਿਹੜੇ ਕਾਰਜ ਰਾਸ ਹੁੰਦੇ ਆ। ਅਗਲੀ ਲਾਈਨ ਹੈ, ਝੁੰਡ ਜੇ ਆਵੇ ਯੋਗੀਆ, ਰੋਕੇ ਮੁਸ਼ੰਦਰ ਨਾਥ, ਕਿ ਜੇ ਕਿਸੇ ਵੀ ਤਰ੍ਹਾਂ ਦੀ ਭੀੜ ਪਵੇ, ਕਿਸੇ ਵੀ ਤਰ੍ਹਾਂ ਦਾ ਝੁੰਡ, ਚਾਹੇ ਬੁਰੀਆਂ ਬਲਾਵਾਂ ਦਾ, ਦੁੱਖਾਂ ਦਾ ਹੋਵੇ, ਮੁਸ਼ੰਦਰ ਨਾਥ ਜੋ ਕਿ ਬਹੁਤ ਹੀ ਬੜੇ ਨਾਥ ਹੋਏ ਨੇ, ਗੁਰੂ ਗੋਰਖਨਾਥ ਤੋਂ ਵੀ ਉੱਪਰ ਹੋਏ ਨੇ ਮੁਸ਼ੰਦਰ ਨਾਥ, ਉਹ ਹੁੰਦੇ ਹਨ। ਇਹ ਵੀ ਕਲਮੇ ਦੇ ਵਿੱਚ ਨਾਲ ਚੱਲਦੇ ਹਨ, ਇਹਨਾਂ ਦੀ ਵੀ ਰਹਿਮਤ ਨਾਲ ਚੱਲਦੀ ਆ ਅਤੇ ਪੀਰਾਂ ਦੀ ਵੀ ਨਾਲ ਰਹਿਮਤ ਚੱਲਦੀ ਆ। ਅੱਗੇ ਹੁੰਦਾ ਹੈ, ਜਤੀ ਸਤੀ ਸੰਤੋਖੀਏ, ਥੰਮੇ ਬਾਬਾ ਨਾਨਕ ਆ, ਕਿ ਜਤੀ ਸਤੀ ਸੰਤੋਖੀਏ, ਥੰਮੇ ਬਾਬਾ ਨਾਨਕ ਆਪ। ਕੋਈ ਵੀ ਇਨਸਾਨ ਉਹਨਾਂ ਦਾ ਸਿਮਰਨ ਕਰਦਾ ਹੈ, ਉਹਨਾਂ ਦੀ ਬੰਦਗੀ ਕਰਦਾ ਹੈ, ਬਾਬਾ ਨਾਨਕ ਆਪ ਚੱਲਦੇ ਹਨ ਉਹਨਾਂ ਦੇ ਨਾਲ ਅਤੇ ਪਹੁੰਚਦੇ ਹਨ। ਜੋ ਲਾਈਨ ਹੈ, ਥੰਮੇ ਬਾਬਾ ਨਾਨਕ ਆਪ, ਉਹਨਾਂ ਨੂੰ ਯਾਦ ਕਰਨਾ ਹੈ। ਜੋ ਇਸ ਕਲਮੇ ਦੇ ਵਿੱਚ ਬਾਬੇ ਨਾਨਕ ਜੀ ਦੀ ਰਹਿਮਤ ਵੀ ਤੁਹਾਡੇ ਨਾਲ ਚੱਲੇਗੀ ਅਤੇ ਉਹ ਤੁਹਾਡੇ ਨਾਲ ਚੱਲਣਗੇ। ਅੱਗੇ ਆਉਂਦਾ ਹੈ, ਰੱਖ ਖਵਾਇਆ ਖੀਰ ਦੀ, ਚੱਲੇ ਮੇਰੇ ਨਾਲ। ਜੋ ਖਵਾਇਆ ਸਾਹਿਬ ਬਹੁਤ ਬੜੇ ਪੀਰ ਹੋਏ ਹਨ, ਉਹ ਨਾਲ ਚੱਲਦੇ ਹਨ। ਅਤੇ ਰੱਖ, ਜੋ ਕਿ ਰੱਖ ਦਾ ਮਤਲਬ ਹੈ ਕਿ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਨੂੰ ਉਸ ਰੱਬ ਦੀ ਰੱਖ ਹੈ, ਇਹ ਰਕਸ਼ਾ ਕਰਦੇ ਹਨ। ਖਵਾਇਆ ਪੀਰ ਇਸ ਵਿੱਚ ਇੱਕ ਰੱਖ ਬਣ ਕੇ ਕੰਮ ਕਰਦਾ ਹੈ। ਇਹ ਕਲਮਾ ਤੁਹਾਡਾ ਬਹੁਤ ਬੁਰੀਆਂ ਬਲਾਵਾਂ ਤੋਂ, ਭੂਤਾਂ ਪ੍ਰੇਤਾਂ ਤੋਂ, ਆਉਣ ਵਾਲੇ ਕਸ਼ਟਾਂ ਤੋਂ ਖਵਾਇਆ ਸਾਹਿਬ ਬਾਂਹ ਫੜ ਲੈਂਦਾ ਹੈ, ਬਾਂਹ ਫੜ ਕੇ ਬਚਾਉਂਦਾ ਹੈ, ਆਸਰਾ ਦਿੰਦਾ ਹੈ। ਇਹ ਕਲਮਾ ਬਹੁਤ ਹੀ ਪਾਵਰਫੁੱਲ ਹੈ, ਕਿਉਂਕਿ ਇਸ ਵਿੱਚ ਪੀਰ ਵੀ ਚੱਲਦੇ ਹਨ, ਜੋਗੀ ਮੁਸ਼ੰਦਰ ਨਾਥ ਵੀ ਚੱਲਦੇ ਹਨ, ਬਾਬਾ ਨਾਨਕ ਜੀ ਵੀ ਇਹ ਚੱਲਦੇ ਹਨ, ਅਤੇ ਰੱਖ ਖਵਾਇਆ ਸਾਹਿਬ ਦੀ, ਜੋ ਕਿ ਖਵਾਇਆ ਸਾਹਿਬ ਆਪ ਚੱਲਦੇ ਹਨ ਅਤੇ ਰਕਸ਼ਾ ਕਰਦੇ ਹਨ। ਦੋਸਤੋ, ਕਲਮਾ ਤਾਂ ਬਹੁਤ ਹੀ ਪਾਵਰਫੁੱਲ ਹੈ, ਬਹੁਤ ਜ਼ਿਆਦਾ ਤਾਕਤ ਹੈ ਇਸ ਵਿੱਚ। ਬਾਕੀ ਆਪਣੀ ਆਪਣੀ ਮਿਹਨਤ ਹੈ ਕਿ ਆਪਾਂ ਕਿਸ ਤਰ੍ਹਾਂ ਪੜ੍ਹਨਾ ਹੈ, ਕਿਸ ਨੀਅਤ ਨਾਲ ਪੜ੍ਹਨਾ। ਅੱਗੇ ਦੋਸਤੋ ਤੁਹਾਨੂੰ ਆਪਾਂ ਪਰਹੇਜ਼ ਦੱਸਦੇ ਹਾਂ। ਇਹ ਪਾਠ ਕਰਨ ਲਈ ਮੀਟ, ਸ਼ਰਾਬ, ਅੰਡਾ ਖਾਣਾ ਨਹੀਂ ਹੈ, ਇਸ ਦਾ ਪਰਹੇਜ਼ ਕਰਨਾ ਹੈ। ਕਿਸੇ ਦੀ ਜੂਠੀ ਚੀਜ਼ ਨਹੀਂ ਖਾਣੀ, ਕਿਉਂਕਿ ਇਹ ਵੀ ਕੋਈ ਰਾਜ਼ ਹੈ, ਜੂਠੀ ਚੀਜ਼ ਕਿਉਂ ਨਹੀਂ ਖਾਣੀ। ਆਪਣੇ ਰਹਿਣ ਸਹਿਣ ਨਾਲ, ਖਾਣ ਪੀਣ ਨਾਲ ਕਈ ਰੂਹਾਂ ਅਟੈਚ ਕਰਦੀਆਂ ਹਨ। ਹਰ ਇਨਸਾਨ ਦਾ ਆਪਣਾ ਆਪਣਾ ਰਹਿਣ ਸਹਿਣ ਹੁੰਦਾ ਹੈ, ਉਸ ਵਿੱਚ ਕੀ ਹੈ, ਕੋਈ ਕੀ ਕਰਮ ਕਰ ਰਿਹਾ, ਉਸ ਦੀ ਰਹਿਣੀ ਬਹਿਣੀ ਕਿੱਦਾਂ ਦੀ ਹੈ, ਇਹ ਸਾਨੂੰ ਨਹੀਂ ਪਤਾ ਹੁੰਦਾ। ਇਹ ਬਹੁਤ ਡੂੰਘੀਆਂ ਗੱਲਾਂ ਹਨ,
ਇਸ ਲਈ ਜਦੋਂ ਪਾਠ ਕਰਨਾ ਹੈ, ਕਿਸੇ ਦੀ ਝੂਠੀ ਚੀਜ਼ ਨਹੀਂ ਖਾਣੀ, ਨੀਅਤ ਸਾਫ਼ ਹੋਣੀ ਚਾਹੀਦੀ ਹੈ, ਸਭ ਦਾ ਭਲਾ ਮੰਗਣਾ ਹੈ ਅਤੇ ਕਿਸੇ ਨੂੰ ਮਾੜਾ ਨਹੀਂ ਕਹਿਣਾ। ਵਿਧੀ, ਇਸ ਦੀ ਵਿਧੀ ਦੋਸਤੋ ਇਸ ਤਰ੍ਹਾਂ ਹੈ। ਇਸ ਨੂੰ ਪੜ੍ਹਨਾ ਕਿੱਦਾਂ ਹੈ, ਬੈਠਣਾ ਕਿੱਦਾਂ ਹੈ, ਇਸ ਦੀ ਵਿਧੀ ਹੁਣ ਸੁਣੋ। ਸਾਫ਼ ਸੁਥਰੇ ਕੱਪੜੇ ਪਾ ਕੇ, ਨਹਾ ਧੋ ਕੇ ਜਾਂ ਹੱਥ ਮੂੰਹ ਧੋ ਕੇ ਬੰਦਗੀ 'ਤੇ ਬੈਠਣਾ ਹੈ। ਜੇਕਰ ਤੁਸੀਂ ਮੈਰਿਡ ਹੋ, ਵਿਆਹੇ ਹੋਏ ਹੋ, ਤੁਸੀਂ ਸਹਿਵਾਸ ਕੀਤਾ, ਜੋ ਤੁਸੀਂ ਆਪਣਾ ਕਰਮ ਕੀਤਾ ਹੈ, ਤਾਂ ਨਹਾ ਧੋ ਕੇ ਫਿਰ ਪਾਠ ਕਰੋ। ਜੇਕਰ ਤੁਸੀਂ ਪਾਕ ਸਾਫ਼ ਹੋ ਤਾਂ ਹੱਥ ਮੂੰਹ ਧੋ ਲਵੋ ਅਤੇ ਇਕਾਂਤ ਜਗ੍ਹਾ ਇਕੱਲੇ ਬੈਠ ਕੇ ਪਾਠ ਕਰੋ। ਜਗ੍ਹਾ ਇਕਾਂਤ ਹੋਣੀ ਚਾਹੀਦੀ ਹੈ, ਇਕੱਲੇ ਜਿੱਥੇ ਬੈਠ ਸਕੋ, ਜਿੱਥੇ ਕੋਈ ਤੁਹਾਨੂੰ ਪਰੇਸ਼ਾਨ ਨਾ ਕਰੇ, ਤੁਹਾਨੂੰ ਡਿਸਟਰਬ ਨਾ ਕਰੇ, ਕੋਈ ਰੋਕੇ ਟੋਕੇ ਨਾ, ਤੁਹਾਡੇ ਧਿਆਨ ਨੂੰ ਭੜਕਾਏ ਨਾ। ਔਰ ਤੁਸੀਂ ਜਿੱਥੇ ਬੈਠਣਾ ਹੈ, ਜਗ੍ਹਾ ਵੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਆਪਣੇ ਕੋਲ ਤੁਸੀਂ ਅਗਰਬੱਤੀ ਜਾਂ ਧੂਫ ਦਿਖਾ ਲਓ, ਖੁਸ਼ਬੂ ਫੈਲ ਜਾਵੇ ਕਮਰੇ ਵਿੱਚ ਚੰਗੀ ਤਰ੍ਹਾਂ, ਕਮਰਾ ਖੁਸ਼ਬੂਦਾਰ ਬਣ ਜਾਵੇ। ਅਤੇ ਇਸ ਪਾਠ ਨੂੰ ਤੁਸੀਂ ਜ਼ੁਬਾਨੀ ਯਾਦ ਕਰਨਾ ਹੈ, ਕੰਠ ਕਰ ਲੈਣਾ ਹੈ। ਜ਼ੁਬਾਨੀ ਯਾਦ ਕਰਕੇ ਚੰਗੀ ਤਰ੍ਹਾਂ ਮੂੰਹ ਜ਼ੁਬਾਨੀ, ਤਾਂ ਜੋ ਤੁਸੀਂ ਪੜ੍ਹ ਸਕੋ। ਅਤੇ ਜੇਕਰ ਤੁਸੀਂ ਇਹ ਯਾਦ ਨਹੀਂ ਕੀਤਾ ਤਾਂ ਫਿਰ ਤੁਹਾਨੂੰ ਲਿਖ ਕੇ ਇਸ ਤਰ੍ਹਾਂ ਤੁਹਾਡਾ ਧਿਆਨ ਨਹੀਂ ਟਿਕੇਗਾ, ਕਿਉਂਕਿ ਤੁਸੀਂ ਫਿਰ ਜੋ ਲਿਖਿਆ ਹੋਊਗਾ ਉਸ ਨੂੰ ਦੇਖ ਕੇ ਪੜ੍ਹੋਗੇ। ਪਰ ਜੇਕਰ ਤੁਹਾਨੂੰ ਜ਼ੁਬਾਨੀ ਯਾਦ ਹੋ ਜਾਵੇਗਾ ਤਾਂ ਤੁਸੀਂ ਅੰਤਰ ਧਿਆਨ ਹੋ ਕੇ, ਕੰਠ ਕੀਤਾ ਹੋਏਗਾ, ਅੰਤਰ ਧਿਆਨ ਹੋ ਕੇ ਪੜ੍ਹ ਸਕਦੇ ਹੋ ਮਨ ਦੇ ਅੰਦਰ। ਅਤੇ ਇਹ ਪਾਠ ਬੋਲ ਕੇ ਨਹੀਂ ਪੜ੍ਹਨਾ, ਇਹ ਮਨ ਦੇ ਅੰਦਰ ਪੜ੍ਹਨਾ ਹੈ। ਜਦੋਂ ਤੁਸੀਂ ਬੈਠਣਾ ਹੈ ਔਰ ਕਲਮਾ ਪੜ੍ਹਨ ਸਮੇਂ ਅੱਖਾਂ ਬੰਦ ਹੋਣੀਆਂ ਚਾਹੀਦੀਆਂ, ਮੂੰਹ ਵੀ ਬੰਦ ਹੋਣਾ ਚਾਹੀਦਾ ਹੈ। ਮਨ ਦੇ ਵਿੱਚ ਪੜ੍ਹਨਾ ਹੈ, ਦਿਲ ਦੀ ਗਹਿਰਾਈ ਵਿੱਚ, ਐਨ ਦਿਲੋਂ ਪੜ੍ਹਨਾ ਹੈ, ਦਿਲ ਦੀ ਗਹਿਰਾਈ ਵਿੱਚ ਚਲੇ ਜਾਣਾ ਹੈ ਜਦੋਂ ਪੜ੍ਹਨਾ ਹੈ। ਔਰ ਦੋਸਤੋ ਧਿਆਨ, ਤੁਹਾਡਾ ਜੋ ਧਿਆਨ ਹੈ, ਮਾਈਂਡ, ਪੜ੍ਹਦੇ ਸਮੇਂ ਤੁਹਾਡਾ ਮਨ ਇੱਕੋ ਜਗ੍ਹਾ ਹੋਣਾ ਚਾਹੀਦਾ ਹੈ। ਤੁਸੀਂ ਆਪਣੇ ਕੋਲ ਹੋਣੇ ਚਾਹੀਦੇ ਹੋ। ਇਹ ਨਾ ਹੋਵੇ ਤੁਸੀਂ ਆਪਣਾ ਸਰੀਰ ਲੈ ਕੇ ਬੈਠੇ ਹੋਵੋ ਅਤੇ ਰੂਹ ਕਿਤੇ ਹੋਰ ਪਹੁੰਚੀ ਹੋਵੇ। ਜਿਸ ਟਾਈਮ ਤੁਸੀਂ ਸਿਰਫ ਮਨ ਨੂੰ ਕਾਬੂ ਕਰਕੇ ਇੱਕ ਚਿੱਤ ਹੋ ਕੇ ਪੜ੍ਹੋਗੇ ਤਾਂ ਤੁਹਾਡਾ ਧਿਆਨ ਲੱਗੇਗਾ। ਇਸ ਪਾਠ ਨੂੰ ਪੜ੍ਹਨ ਦੇ ਦੋ ਤਰੀਕੇ ਹਨ। ਇੱਕ ਖੁੱਲ੍ਹਾ ਜਾਪ ਕਰ ਸਕਦੇ ਹਾਂ, ਜਿਸ ਦੀ ਗਿਣਤੀ ਨਹੀਂ ਹੁੰਦੀ, ਅੱਧਾ ਘੰਟਾ, 15 ਮਿੰਟ, 20 ਮਿੰਟ, 25 ਮਿੰਟ, ਉਹ ਤੁਹਾਡੀ ਮਿਹਨਤ ਹੈ, ਤੁਸੀਂ ਕਿੰਨਾ ਪੜ੍ਹਨਾ ਹੈ। ਔਰ ਦੂਸਰਾ ਤਰੀਕਾ ਹੈ ਇਸ ਦਾ ਪੜ੍ਹਨ ਦਾ, 108 ਵਾਰੀ ਪੜ੍ਹਨਾ ਹੈ ਇਸ ਨੂੰ। ਜੇਕਰ ਤੁਸੀਂ ਮਾਲਾ 'ਤੇ ਪੜ੍ਹਦੇ ਹੋ, ਤਸਬੀਹ 'ਤੇ ਪੜ੍ਹਦੇ ਹੋ ਤਾਂ 108 ਵਾਰੀ ਪੜ੍ਹਨਾ ਹੈ ਜਾਂ 101 ਵਾਰੀ ਪੜ੍ਹਨਾ ਹੈ। ਔਰ ਕਿਉਂਕਿ ਕੋਈ ਵੀ ਆਪਾਂ ਚੀਜ਼ ਜਾਂ ਦੇਵੀ ਦੇਵਤਾ ਜਾਂ ਪੀਰ ਫਕੀਰ ਗੁਰੂ ਕਿਸੇ ਨੂੰ ਵੀ ਮੰਨਦੇ ਆ ਤਾਂ ਤੁਸੀਂ ਦੇਖਣਾ ਹੋਵੇਗਾ ਕਿ ਉੱਥੇ ਪ੍ਰਸ਼ਾਦ ਹਰ ਕੋਈ ਚੜ੍ਹਾਉਂਦਾ ਹੈ। ਪ੍ਰਸ਼ਾਦ ਜੋ ਕਿ ਆਪਾਂ ਜਦੋਂ ਇਸ ਪਾਠ ਨੂੰ ਪੜ੍ਹਨਾ ਹੈ ਤਾਂ ਆਪਣੇ ਕੋਲ ਰੱਖ ਲੈਣਾ ਹੈ, ਠੀਕ ਆ। ਨਿਆਜ਼ ਤੁਸੀਂ ਬਣਾ ਸਕਦੇ ਹੋ, ਚੌਲਾਂ ਦੀ ਥੋੜ੍ਹੀ ਜਿਹੀ ਕੋਲੀ ਕੁ ਨਿਆਜ਼ ਕੋਲ ਰੱਖ ਲਓ, ਠੀਕ ਆ। ਜਦੋਂ ਇਸ ਪਾਠ ਨੂੰ ਪੜ੍ਹਨਾ ਹੈ ਤਾਂ ਇਹਨਾਂ ਪੀਰਾਂ ਦਾ, ਇਹਨਾਂ ਕਲਮੇ ਵਾਲੇ ਪੀਰਾਂ ਦਾ ਇਹਨਾਂ ਅੱਗੇ ਦੁਆ ਕਰਨੀ ਹੈ ਕਿ ਪ੍ਰਸ਼ਾਦ ਨੂੰ ਮਨਜ਼ੂਰ ਕਰੋ। ਔਰ 5 ਵੀਰਵਾਰ ਤੁਸੀਂ ਇਹ ਪ੍ਰਸ਼ਾਦ ਇੱਦਾਂ ਦੇਣਾ ਹੈ, ਹਰ ਵੀਰਵਾਰ। ਔਰ ਵੀਰਵਾਰ ਤੋਂ ਹੀ ਇਹ ਸ਼ਬਦ ਤੁਸੀਂ ਸ਼ੁਰੂ ਕਰਨਾ ਹੈ। ਔਰ ਤੁਸੀਂ ਦੇਖੋਗੇ ਕਿ ਕਿਉਂਕਿ ਪ੍ਰਸ਼ਾਦ ਦਾ ਬਹੁਤ ਜ਼ਿਆਦਾ ਮਹੱਤਵ ਹੈ। ਕੋਈ ਵੀ ਦੇਵੀ ਦੇਵਤੇ ਮੰਦਰ ਮਸਜਿਦ ਵਿੱਚ ਕੋਈ ਵੀ ਕਿਤੇ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਪ੍ਰਸ਼ਾਦ, ਕਿਉਂਕਿ ਕੋਈ ਵੀ ਪਾਵਰ ਇਸ ਤਰ੍ਹਾਂ ਸੁੱਕੀ ਕੰਮ ਨਹੀਂ ਕਰਦੀ, ਉਹਨਾਂ ਨੂੰ ਉਹਨਾਂ ਦਾ ਭੋਗ ਦੇਣਾ ਪੈਂਦਾ ਹੈ। ਇਹ ਨੂਰੀ ਚੀਜ਼ਾਂ ਹਨ, ਇਹਨਾਂ ਨੂੰ ਭੋਗ ਜੋ ਸਾਫ਼ ਸੁਥਰਾ ਹੀ ਚੱਲਦਾ ਹੈ, ਜਿਵੇਂ ਪੀਰਾਂ ਦੇ ਨਿਆਜ਼ ਚੱਲਦੀ ਹੈ, ਖਵਾਜਾ ਸਾਹਿਬ ਦਾ ਦਲੀਆ ਚੱਲਦਾ ਹੈ, ਤੁਸੀਂ ਦਲੀਆ ਨਹਿਰ ਵਿੱਚ ਵੀ ਦੇ ਸਕਦੇ ਹੋ। ਔਰ ਜੋ ਖਵਾਜਾ ਸਾਹਿਬ ਦੀ ਸ਼ਕਤੀ, ਨਾ ਕਲਮੇ ਦੀ ਸ਼ਕਤੀ ਬਹੁਤ ਜ਼ਿਆਦਾ ਹੈ। ਖਵਾਜਾ ਸਾਹਿਬ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ ਦੋਸਤੋ, ਇਸ ਦੇ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ। ਹਰ ਕਿਰਿਆ ਖਵਾਜੇ ਤੋਂ ਸ਼ੁਰੂ ਹੁੰਦੀ ਹੈ ਅਤੇ ਖਵਾਜੇ 'ਤੇ ਖਤਮ ਹੋ ਜਾਂਦੀ ਹੈ। ਹਰ ਭੂਤ ਪ੍ਰੇਤ, ਜਾਦੂ ਟੂਣਾ ਖਵਾਜੇ ਦੇ ਹਵਾਲੇ ਹੀ ਕੀਤਾ ਜਾਂਦਾ ਹੈ।
ਜੋ ਵੀ ਪੀਰ ਫਕੀਰ ਕਿਸੇ ਵੀ ਤਰ੍ਹਾਂ ਦਾ ਕਰਮ ਕਰਦੇ ਹਨ, ਕਿਸੇ ਵੀ ਤਰੀਕੇ ਨਾਲ, ਤਾਂ ਉਹ ਖਵਾਜਾ ਸਾਹਿਬ ਨੂੰ ਹੀ ਭੇਟ ਕਰਦੇ ਹਨ। ਖਵਾਜਾ ਸਾਹਿਬ ਚਾਹੇ ਉਹ ਦਰਿਆ ਵਿੱਚ ਚਲਦੀ ਨਹਿਰ ਵਿੱਚ ਖਵਾਜੇ ਦਾ ਵਾਸ ਹੈ, ਉਸ ਵਿੱਚ ਹੀ ਭੇਟ ਕਰਦੇ ਹਨ। ਜੋ ਭੂਤ ਪ੍ਰੇਤ, ਜਾਦੂ ਟੂਣਾ, ਮੜੀ ਮਸਾਣੀ ਖਵਾਜਾ ਸਾਹਿਬ ਦੇ ਹਵਾਲੇ ਹੀ ਕੀਤੀ ਜਾਂਦੀ ਹੈ ਅਤੇ ਉਹੀ ਇਸ ਨੂੰ ਮੁਕਤੀ ਦਿੰਦੇ ਹਨ, ਉਹੀ ਇਸ ਨੂੰ ਸਾਂਭਦੇ ਹਨ। ਔਰ ਦੋਸਤੋ, ਜੇਕਰ ਤੁਸੀਂ ਪੀਰਾਂ ਫਕੀਰਾਂ ਨੂੰ ਮੰਨਣ ਦੇ ਸ਼ੌਕੀਨ ਹੋ, ਜੇਕਰ ਤੁਹਾਨੂੰ ਵੀ ਕੋਈ ਪੀਰਾਂ ਫਕੀਰਾਂ ਦੀ ਰਹਿਮਤ ਕਰਨੀ ਹੈ, ਤਾਂ ਸਾਡੇ ਕਮੈਂਟ ਵਿੱਚ ਤੁਸੀਂ ਜ਼ਰੂਰ ਰਾਬਤਾ ਕਰੋ। ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਹੈ ਉਸ ਦਾ ਹੀ ਜਵਾਬ ਦੇਵਾਂਗੇ। ਔਰ ਜੋ ਵੀ ਇਹ ਸਾਧਨਾ ਜਾਂ ਕਲਮੇ ਪੜ੍ਹਨਾ ਚਾਹੁੰਦਾ ਹੈ, ਸਾਡੇ ਨਾਲ ਰਾਬਤਾ ਕਰ ਸਕਦਾ ਹੈ। ਕਮੈਂਟ ਵਿੱਚ ਮੈਸੇਜ ਕਰ ਦਿਓ। ਅਸੀਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜੇਕਰ ਤੁਸੀਂ ਜਾਣਕਾਰੀ ਸਾਨੂੰ ਪੁੱਛਦੇ ਹੋ, ਅਸੀਂ ਹਾਜ਼ਰ ਹਾਂ, ਤੁਹਾਨੂੰ ਜਾਣਕਾਰੀ ਦੇਵਾਂਗੇ। ਔਰ ਤੁਸੀਂ ਸਾਡੇ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਜੋ ਪੀਰਾਂ ਫਕੀਰਾਂ ਦੀ ਰਹਿਮਤ ਸਾਰਿਆਂ 'ਤੇ ਬਰਸ ਸਕੇ ਅਤੇ ਸਾਰੇ ਇਸ ਦਾ ਲੁਤਫ ਜੋ ਉਠਾ ਸਕਣ। ਪੀਰਾਂ ਫਕੀਰਾਂ ਦੇ ਇਹਨਾਂ ਕਲਮਿਆਂ ਨਾਲ ਦੋਸਤੋ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ, ਕਿਉਂਕਿ ਕੋਈ ਵੀ ਚੀਜ਼ ਆ ਉਸ ਦੀ ਹਰ ਵਿਧੀ ਆ, ਵਿਧਾਨ ਆ, ਜੋ ਮੈਂ ਤੁਹਾਨੂੰ ਕਲਮੇ ਦਾ ਇਸ ਦੇ ਸਾਰੀ ਵੀਡੀਓ ਦੇ ਵਿੱਚ ਦੱਸ ਦਿੱਤਾ ਹੈ, ਕਿਉਂਕਿ ਕੋਈ ਹੀ ਦੱਸਦਾ ਹੈ, ਨਹੀਂ ਤੇ ਨਹੀਂ ਦੱਸਦੇ ਹੁੰਦੇ। ਜੇਕਰ ਫਿਰ ਵੀ ਕਿਸੇ ਤਰ੍ਹਾਂ ਦੀ ਕੋਈ ਭੁੱਲ ਚੁੱਕ ਹੈ ਜਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਸਮਝ ਨਹੀਂ ਲੱਗੀ, ਤਾਂ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਵੀਡੀਓ ਦੇ ਕਮੈਂਟ ਵਿੱਚ ਤੁਸੀਂ ਸਾਨੂੰ ਕਮੈਂਟ ਕਰੋ, ਅਸੀਂ ਤੁਹਾਡੀ ਹਰ ਗੱਲ ਦਾ ਜਵਾਬ ਦੇਵਾਂਗੇ। ਅਤੇ ਤੁਹਾਨੂੰ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੋ। ਤੁਹਾਨੂੰ ਅਸੀਂ ਹੋਰ ਵੀ ਬਹੁਤ ਸਾਰੇ ਪੀਰਾਂ ਫਕੀਰਾਂ ਦੇ ਪਾਠ, ਸਾਧਨਾ, ਮੰਤਰ ਸਾਰੇ ਹੀ ਆਪਾਂ ਸਾਰਿਆਂ ਦੀਆਂ ਵੀਡੀਓ ਬਣਾ ਕੇ ਪਾਵਾਂਗੇ। ਸੋ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਖਵਾਜਾ ਸਾਹਿਬ ਦਾ, ਪੀਰਾਂ ਦਾ ਕਲਮਾ ਸਮਝ ਲੱਗਾ ਹੋਵੇਗਾ, ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ। ਔਰ ਅਸੀਂ ਆਉਣ ਵਾਲੀ ਅਗਲੀ ਵੀਡੀਓ ਵਿੱਚ ਵੀ ਤੁਹਾਨੂੰ ਪੀਰਾਂ ਫਕੀਰਾਂ ਦੇ, ਸਾਰੇ ਪੀਰਾਂ ਫਕੀਰਾਂ ਦੇ, ਦੇਵੀ ਦੇਵਤਿਆਂ ਦੇ, ਜੋ ਕਿ ਰੂਹਾਨੀ ਫੈਜ਼ ਹਾਸਲ ਕਰਨ ਵਾਲੀਆਂ ਚੀਜ਼ਾਂ ਵਾ, ਅਸੀਂ ਤੁਹਾਨੂੰ ਦੇਵਾਂਗੇ। ਪੀਰਾਂ ਦੇ ਕਲਮੇ ਜਿੰਨੇ ਵੀ ਆ, ਤੁਹਾਨੂੰ ਵੱਧ ਤੋਂ ਵੱਧ, ਜੋ ਤੁਸੀਂ ਦੇਖੇ ਨਹੀਂ, ਸੁਣੇ ਨਹੀਂ ਕਿਸੇ ਕੋਲੋਂ, ਜਾਂ ਤੁਹਾਡੀਆਂ ਉਮਰਾਂ ਲੰਘ ਜਾਂਦੀਆਂ, ਕੋਈ ਵੀ ਫਕੀਰ ਜਾਂ ਗੁਰੂ ਨਹੀਂ ਦਿੰਦਾ, ਤਾਂ ਅਸੀਂ ਤੁਹਾਨੂੰ ਇਸ ਚੈਨਲ ਰਾਹੀਂ ਸਾਰੀਆਂ ਚੀਜ਼ਾਂ ਦੇਵਾਂਗੇ। ਚਲੋ ਠੀਕ ਆ ਦੋਸਤੋ, ਧੰਨਵਾਦ। ਪਰਮਾਤਮਾ ਸਭ ਦਾ ਭਲਾ ਕਰੇ। ਸਾਰਿਆਂ ਨੂੰ ਸਲਾਮ।